ਗਰਮੀਆਂ ਦੀਆਂ ਛੁੱਟੀਆਂ ਤੋਂ ਮਗਰੋਂ ਮੈਂ ਗੌਰਮੈਂਟ ਕਾਲਜ ਧਰਮਸ਼ਾਲਾ ਜੁਆਇਨ ਕਰ ਲਿਆ। 2-3 ਪ੍ਰੋਫੈਸਰਨੀਆਂ ਜਿਨ੍ਹਾਂ ਵਿੱਚ ਮੈਂ ਸਕਿੱਲ ਵੀ ਸੀ ਇੱਕ ਘਰ ਵਿੱਚ ਰਹਿੰਦੀਆਂ ਸਨ। ਉਹਨਾਂ ਮੈਨੂੰ ਵੀ ਪ੍ਰਿੰਸੀਪਲ ਦੇ ਆਖਣ ਤੇ ਆਪਣੇ ਨਾਲ ਰੱਖ ਲਿਆ। ਧਰਮਸ਼ਾਲਾ ਛੋਟਾ ਜਿਹਾ ਪਹਾੜੀ ਸ਼ਹਿਰ, ਗਰੀਬ ਜਿਹੇ ਲੋਕ ਤੇ ਸ਼ਾਂਤ ਵਾਤਾਵਰਨ। ਥੋੜਾ ਉੱਪਰ ਚਲੇ ਜਾਓ ਬਰਫ਼ ਪਈ ਦਿਸਦੀ, ਥੋੜਾ ਹੇਠਾਂ ਚਲੇ ਜਾਓ ਕੂਲਾਂ ਨਦੀਆਂ ਵਗਦੀਆਂ ਲੱਭ ਜਾਂਦੀਆਂ। ਜੰਗਲ, ਪਹਾੜ, ਕੂਲਾਂ, ਨਦੀਆਂ, ਓਪਰਾ ਥਾਂ, ਓਪਰੇ ਲੋਕ। ਮੈਂ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਸੀ ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ, ਜਿੱਥੇ ਮੈਂ ਆਪਣੇ ਆਪ ਨੂੰ ਭੁੱਲ ਕੇ ਜਿਉ ਸਕਦੀ ਸੀ। ਪਹਿਲੇ ਤੇ ਲੋਕਾਂ ਨੂੰ ਇਹ ਵੀ ਇਤਬਾਰ ਨਹੀਂ ਸੀ ਆਉਂਦਾ ਕਿ ਮੈਂ ਇੱਥੇ ਪ੍ਰੋਫੈਸਰ ਲੱਗੀ ਹਾਂ। ਕਲਰਕ ਨੂੰ ਆਖਿਆ ਮੈਨੂੰ ਰੋਲ ਨੰਬਰ ਦੇ, ਭਾਵ ਸੀ ਵਿਦਿਆਰਥੀਆਂ ਦੇ, ਪਰ ਉਹਨਾਂ ਪੁੱਛ ਲਿਆ ਕਿਹੜੀ ਜਮਾਤ 'ਚ ਦਾਖਲ ਹੋਏ ਹੋ। ਚਪੜਾਸੀ ਨੂੰ ਇੱਕ ਦਿਨ ਆਖਿਆ ਜ਼ਰਾ ਚਿੱਠੀਆਂ ਤਾਂ ਪੋਸਟ ਕਰ ਆ। ਆਖਣ ਲੱਗਿਆ ਮੇਰੇ ਕੋਲ ਟਾਈਮ ਨਹੀਂ, ਪਰ ਮਗਰੋਂ ਕਿਸੇ ਨੇ ਜਦੋਂ ਦੱਸਿਆ ਪ੍ਰੋਫੈਸਰ ਨਹੀਂ ਹੈ, ਨਵੀਂ ਆਈ ਏ, ਤਾਂ ਉਹ ਮਗਰ ਗਿਆ ਤੇ ਆਖਣ ਲੱਗਿਆ ਲਿਆਓ ਜੀ ਚਿੱਠੀਆਂ ਪਾ ਆਵਾਂ। ਸਾੜੀ ਪਾ ਕੇ ਜਾਇਆ ਕਰ, ਕਮੀਜ਼ ਸਲਵਾਰ ਨਾਲ ਤਾਂ ਤੂੰ ਕੁੜੀਆਂ ਵਿੱਚ ਹੀ ਰੁਲ ਜਾਂਦੀ ਹੈ, ਮਿਸ ਗਿੱਲ ਨੇ ਸਲਾਹ ਦਿੱਤੀ। ਕੱਪੜਿਆਂ ਨਾਲ ਹੀ ਜੇ ਤੁਹਾਡੀ ਪਹਿਚਾਣ ਹੋਈ ਤਾਂ ਬੜੀ ਹੋਈ, ਮੈਂ ਹੱਸ ਕੇ ਆਖਿਆ, ਪਰ ਪਿੱਛੋਂ ਪਹਿਚਾਣ ਆਪੇ ਹੋ ਗਈ ਜਦੋਂ ਪ੍ਰਿੰਸੀਪਲ ਨੇ ਆਖਿਆ ਸਾਰੇ ਪ੍ਰੋਫੈਸਰ ਗਾਊਨ ਪਾ ਕੇ ਜਮਾਤਾਂ 'ਚ ਜਾਣ। ਛੋਟਾ ਜਿਹਾ ਸ਼ਹਿਰ ਸੀ, ਸਾਰੇ ਲੋਕ ਵੀ ਇੱਕ ਦੂਜੇ ਨੂੰ ਜਾਣਦੇ ਸੀ। ਫਿਰ ਵੀ ਸੀਨੀਅਰ ਪ੍ਰੋਫੈਸਰ ਰਿਸ਼ੀ ਤੇ ਉਸਦੀ ਘਰਵਾਲੀ, ਪ੍ਰਿੰਸੀਪਲ ਤੇ ਉਸਦੀ ਘਰਵਾਲੀ ਸਾਡੇ ਘਰ ਆਏ ਕਿ ਅਸੀਂ ਤੁਹਾਡੇ ਨੇੜੇ ਹੀ ਰਹਿੰਦੇ ਹਾਂ, ਕੋਈ ਫਿਕਰ ਨਾ ਕਰਨਾ। ਆਥਣੇ ਕੁੜੀਆਂ ਨੇ ਗੇਮਸ ਖੇਡਣ ਜਾਣਾ ਹੁੰਦਾ ਸੀ ਕਾਲਜ ਵਿੱਚ। ਸਾਡਾ ਘਰ ਕਾਲਜ ਦੇ ਨੇੜੇ ਹੀ ਸੀ। ਪ੍ਰਿੰਸੀਪਲ ਨੇ ਮੇਰੀ ਡਿਊਟੀ ਲਗਾ ਦਿੱਤੀ ਸ਼ਾਮ ਨੂੰ ਜਾਣ ਦੀ। ਕੁਝ ਦਿਨ ਮਗਰੋਂ ਕੁੜੀਆਂ ਨੇ ਦੱਸਿਆ ਆਥਣੇ ਆਈਏ ਤਾਂ ਲੜਕੇ ਛੇੜਦੇ ਨੇ। ਮੈਂ ਆਖਿਆ ਮੈਨੂੰ ਦੱਸਣਾ। 2 ਕੁ ਦਿਨ ਮੈਂ ਬਿਮਾਰ ਸੀ, ਆਥਣੇ ਗੇਮਸ ਤੇ ਨਾ ਗਈ। ਤੀਸਰੇ ਦਿਨ ਜਦੋਂ ਗਈ ਤਾਂ ਲੜਕੀਆਂ ਦੇ ਬੈਡਮਿੰਟਨ ਦੇ ਕੋਰਟ ਵਿੱਚ 2 ਲੜਕੇ ਬੈਡਮਿੰਟਨ ਖੇਡ ਰਹੇ ਸਨ ਤੇ ਕੁੜੀਆਂ ਆਪਣੇ ਰੈਕਟ ਫੜੀ ਇੱਕ ਪਾਸੇ ਚੁੱਪ ਕੀਤੀਆਂ ਖੜੀਆਂ ਸਨ। ਲੜਕਿਆਂ ਨੂੰ ਖੇਡ ਵਿੱਚ ਮੇਰੇ ਆਉਣ ਦਾ ਪਤਾ ਨਹੀਂ ਸੀ ਲੱਗਿਆ। 2 ਕੁ ਮਿੰਟ ਉਡੀਕ ਕੇ ਮੈਂ ਹੱਥ ਉੱਚਾ ਕਰਕੇ ਆਖਿਆ ਸੁਣੋ। ਉਹ ਰੁਕ ਗਏ। ਇੱਧਰ ਆ ਕੇ ਗੱਲ ਸੁਣੋ, ਮੈਂ ਜ਼ਰਾ ਉੱਚੀ ਜਿਹੀ ਆਵਾਜ਼ ਵਿੱਚ ਆਖਿਆ ਤਾਂ ਉਹ ਹੈਰਾਨ ਜਿਹੇ ਹੋ ਗਏ। ਕੋਰਟ ਤੋਂ ਬਾਹਰ ਆਓ, ਮੈਂ ਸਖਤ ਹੋ ਕੇ ਕਿਹਾ। ਉਹ ਢਿੱਲੇ ਜਿਹੇ ਕਦਮ ਪੁੱਟਦੇ ਮੇਰੇ ਕੋਲ ਆ ਗਏ। ਤੁਸੀਂ ਕੀ ਤੋਂ ਪੁੱਛ ਕੇ ਇਸ ਕੋਰਟ ਵਿੱਚ ਖੇਡ ਰਹੇ ਹੋ? ਖਾਲੀ ਪਿਆ ਸੀ, ਉਹਨਾਂ ਵਿੱਚੋਂ ਇੱਕ ਨੇ ਆਖਣਾ ਸ਼ੁਰੂ ਕੀਤਾ। ਪਰ ਜਦੋਂ ਲੜਕੀਆਂ ਆ ਗਈਆਂ ਸੀ ਤੁਸੀਂ ਹਟ ਕਿਉਂ ਨਹੀਂ ਸੀ ਗਏ ਖੇਡਣ ਤੋਂ? ਸੌਰੀ ਮੈਡਮ, ਉਹਨਾਂ ਵਿੱਚੋਂ ਇੱਕ ਨੇ ਆਖਿਆ ਤੇ ਪਰੇ ਖੜੀਆਂ ਕੁੜੀਆਂ ਵੱਲ ਝਾਕਿਆ ਜਿਹੜੀਆਂ ਉਹਨਾਂ ਦੇ ਡਾਂਟ ਪੈਣ ਤੇ ਖੁਸ਼ ਹੋ ਰਹੀਆਂ ਸਨ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਉਹਨਾਂ ਵਿੱਚੋਂ ਇੱਕ ਲੜਕਾ ਪ੍ਰਿੰਸੀਪਲ ਦਾ ਸੀ ਤੇ ਦੂਸਰਾ ਮੇਜਰ ਅਜਮੇਰ ਸਿੰਘ ਦਾ। ਨਿੱਕੇ ਜਿਹੇ ਇਸ ਸ਼ਹਿਰ ਵਿੱਚ ਦੋਵੇਂ ਬੰਦੇ ਬੜੀਆਂ ਵੱਡੀਆਂ ਹਸਤੀਆਂ ਸਨ। ਲੜਕਿਆਂ ਨੇ ਜਾ ਕੇ ਪ੍ਰਿੰਸੀਪਲ ਕੋਲ ਨਹੀਂ, ਵਾਈਸ ਪ੍ਰਿੰਸੀਪਲ ਕੋਲ ਸ਼ਿਕਾਇਤ ਲਗਾਈ। ਮੈਡਮ ਨੇ ਸਾਡੀ ਕੁੜੀਆਂ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਹੈ। ਵਾਈਸ ਪ੍ਰਿੰਸੀਪਲ ਛੋਟੇ ਜਿਹੇ ਕੱਦ ਦਾ, ਕਾਲੇ ਰੰਗ ਦਾ, ਬੜੀਆਂ ਇੰਟੈਲੀਜੈਂਟ ਅੱਖਾਂ ਵਾਲਾ ਮਦਰਾਸੀ ਸੀ, ਜਿਸ ਦੀ ਜਰਮਨ ਵਹੁਟੀ ਸੀ ਤੇ ਅੰਗਰੇਜ਼ਾਂ ਵਰਗੇ 2 ਪੁੱਤਰ ਸਨ। ਪ੍ਰਿੰਸੀਪਲ ਤੋਂ ਵੱਧ ਕਾਲਜ ਵਿੱਚ ਇਸ ਦਾ ਰੋਬ ਸੀ ਕਿਉਂਕਿ ਇਹ ਇੱਕੋ ਇੱਕ ਬੰਦਾ ਬਲੈਤ ਪਾਸ ਸੀ, ਬੇਹੱਦ ਚੁਸਤ ਸੀ, ਬਹੁਤ ਪੜ੍ਹਦਾ ਲਿਖਦਾ ਸੀ। ਵਾਈਸ ਪ੍ਰਿੰਸੀਪਲ ਨੇ 2 ਕੁ ਦਿਨਾਂ ਮਗਰੋਂ ਫੁੱਲਾਂ ਨਾਲ ਭਰੇ ਕਾਲਜ ਦੇ ਲਾਨ ਵਿੱਚ ਬੈਠੀ ਇੱਕ ਮੈਗਜ਼ੀਨ ਫਰੋਲ ਰਹੀ ਨੂੰ ਮੈਨੂੰ ਆ ਕੇ ਅੰਗਰੇਜ਼ੀ ਵਿੱਚ ਪੁੱਛਿਆ, ਮੈਂ ਇੱਥੇ ਤੁਹਾਡੇ ਕੋਲ ਬੈਠ ਜਾਵਾਂ? ਰਸਮੀ ਖੁਸ਼ੀ ਜ਼ਾਹਰ ਕਰਨ ਦੀ ਥਾਂ ਤੇ ਜ਼ਰੂਰ ਬੈਠੋ ਆਖਣ ਦੀ ਥਾਂ ਮੈਂ ਆਖਿਆ ਮਰਜ਼ੀ ਹੈ ਤੁਹਾਡੀ। ਉਹ ਕੁਰਸੀ ਖਿੱਚ ਕੇ ਮੇਰੇ ਕੋਲ ਬੈਠ ਗਿਆ। ਕੀ ਹਾਲ ਹੈ ਤੁਹਾਡਾ? ਉਹਨੇ ਪੁੱਛਿਆ। ਠੀਕ ਹੈ, ਮੈਂ ਸੰਖੇਪ ਜਿਹਾ ਉੱਤਰ ਦਿੱਤਾ। ਕਾਲਜ ਕਿਹੋ ਜਿਹਾ ਲੱਗਿਆ ਏ? ਠੀਕ ਹੈ, ਮੈਂ ਫਿਰ ਉਹ ਉੱਤਰ ਦਿੱਤਾ। ਜਿਨ੍ਹਾਂ ਲੜਕਿਆਂ ਨੂੰ ਤੁਸੀਂ ਝਿੜਕਿਆ ਸੀ ਉਹਨਾਂ ਵਿੱਚੋਂ ਇੱਕ ਪ੍ਰਿੰਸੀਪਲ ਦਾ ਲੜਕਾ ਹੈ ਵਿਜੇ ਤੇ ਦੂਸਰਾ ਹਰਜਿੰਦਰ ਮੇਜਰ ਅਜਮੇਰ ਸਿੰਘ ਦਾ ਲੜਕਾ ਹੈ, ਉਹਨੇ ਦੱਸਿਆ। ਫਿਰ ਕੀ ਹੋ ਗਿਆ? ਉਹ ਕਹਿੰਦੇ ਸੀ ਮੈਡਮ ਨੇ ਕੁੜੀਆਂ ਸਾਹਮਣੇ ਸਾਡੀ ਬੇਇੱਜ਼ਤੀ ਕਰ ਦਿੱਤੀ ਹੈ। ਫਿਰ ਕੀ ਹੋ ਗਿਆ? ਮੈਂ ਉਸੇ ਸਹਿਜ ਨਾਲ ਆਖਿਆ। ਆਈ ਲਾਈਕ ਯੂ ਮਾਈ ਡੀਅਰ ਗਰਲ, ਆਈ ਲਾਈਕ ਯੂ ਵੈਰੀ ਮਚ।
ਉਸਨੇ ਜਦੋਂ ਆਖਿਆ ਮੈਂ ਹੈਰਾਨ ਹੋ ਕੇ ਉਸ ਵੱਲ ਝਾਕੀ। ਉਸ ਵੇਲੇ ਵਿਜੇ ਤੇ ਹਰਜਿੰਦਰ ਉਧਰੋਂ ਲੰਘੇ। ਸ਼ਾਇਦ ਸੋਚ ਰਹੇ ਹੋਣ ਵਾਈਸ ਪ੍ਰਿੰਸੀਪਲ ਸਾਹਿਬ ਮੈਡਮ ਨੂੰ ਡਾਂਟ ਰਹੇ ਨੇ। ਵਿਜੇ, ਹਰਜਿੰਦਰ ਇੱਧਰ ਆਓ, ਮੈਂ ਆਵਾਜ਼ ਦਿੱਤੀ। ਉਹ ਆ ਗਏ। ਗੁੱਡ ਮਾਰਨਿੰਗ ਵਿਜੇ। ਗੁੱਡ ਮਾਰਨਿੰਗ ਹਰਜਿੰਦਰ। ਤੁਸੀਂ ਹੁਣ ਮੈਨੂੰ ਵਿਸ਼ ਨਹੀਂ ਕਰਦੇ, ਕੋਲ ਦੀ ਇਉਂ ਲੰਘ ਜਾਂਦੇ ਹੋ ਜਿਵੇਂ ਮੈਨੂੰ ਦੇਖਿਆ ਹੀ ਨਹੀਂ ਹੁੰਦਾ। ਕੋਈ ਗੱਲ ਨਹੀਂ, ਅੱਗੇ ਤੋਂ ਮੈਂ ਤੁਹਾਨੂੰ ਵਿਸ਼ ਕਰ ਦਿਆ ਕਰਾਂਗੀ, ਮੈਂ ਆਖਿਆ। ਸੌਰੀ ਮੈਡਮ, ਵਿਜੇ ਜੋ ਬਹੁਤ ਹੀ ਸਫੋਸਟੀਕੇਟਡ ਮਾਂ ਦਾ ਪੁੱਤਰ ਸੀ ਬੋਲਿਆ। ਤੁਸੀਂ ਵਾਈਸ ਪ੍ਰਿੰਸੀਪਲ ਸਾਹਿਬ ਕੋਲ ਮੇਰੀ ਸ਼ਿਕਾਇਤ ਲਗਾਈ ਹੈ ਬਈ ਮੈਂ ਤੁਹਾਡੀ ਕੁੜੀਆਂ ਦੇ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਹੈ। ਬੇਇੱਜ਼ਤੀ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ। ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ? ਉਹ ਦੋਵੇਂ ਚੁੱਪ ਸਨ। ਬੋਲੋ ਸੌਰੀ, ਮੈਂ ਹੱਸ ਕੇ ਕਿਹਾ। ਦੋਨਾਂ ਨੇ ਆਖਿਆ ਸੌਰੀ ਮੈਡਮ। ਚਲੋ ਹੁਣ ਆਪਾਂ ਕੈਂਟੀਨ ਤੇ ਚਾਹ ਪੀਣ ਚੱਲਦੇ ਹਾਂ, ਮੈਂ ਆਖਿਆ। ਮੈਂ ਵੀ ਚੱਲਾਂ? ਵਾਈਸ ਪ੍ਰਿੰਸੀਪਲ ਨੇ ਪੁੱਛਿਆ। ਤੁਹਾਡੀ ਮਰਜ਼ੀ ਹੈ, ਮੈਂ ਆਖਿਆ। ਹਾਂ ਮੇਰੀ ਮਰਜ਼ੀ ਹੈ, ਆਖ ਉਹ ਵੀ ਨਾਲ ਤੁਰ ਪਿਆ। ਕੈਂਟੀਨ ਵਿੱਚ ਬਹੁਤ ਸਾਰੇ ਲੋਕ ਹੈਰਾਨ ਹੋ ਸਾਨੂੰ ਦੇਖਦੇ ਕਿ ਵਾਈਸ ਪ੍ਰਿੰਸੀਪਲ ਮੈਡਮ ਤੇ ਸਟੂਡੈਂਟਸ ਨਾਲ ਚਾਹ ਪੀ ਰਿਹਾ। ਚਾਹ ਪੀਂਦਿਆਂ ਵਿਜੇ ਨੇ ਆਖਿਆ ਮੈਡਮ ਇਹ ਗੱਲ ਮੇਰੇ ਡੈਡੀ ਨੂੰ ਨਾ ਦੱਸਣਾ, ਤੇ ਹਰਜਿੰਦਰ ਨੇ ਆਖਿਆ ਮੈਡਮ ਸਾਡੇ ਘਰ ਆਓ ਕਦੇ। ਤੇ ਇਸੇ ਹਰਜਿੰਦਰ ਲੜਕੇ ਨਾਲ ਜਦੋਂ ਉਹ ਫੌਜ ਵਿੱਚ ਲੈਫਟੈਨੈਂਟ ਬਣ ਗਿਆ ਮੇਰੀ ਛੋਟੀ ਭੈਣ ਦਾ ਵਿਆਹ ਹੋਇਆ। ਦੂਜੀਆਂ ਦੋ ਪ੍ਰੋਫੈਸਰਨੀਆਂ ਦੀ ਉੱਥੋਂ ਬਦਲੀ ਹੋ ਗਈ ਸੀ। ਘਰ ਵਿੱਚ ਸਿਰਫ ਮੈਂ ਤੇ ਮਿਸ ਗਿੱਲ ਹੀ ਰਹਿ ਗਈਆਂ ਸੀ। ਇੱਕ ਦਿਨ ਮਿਸ ਗਿੱਲ ਨੇ ਆਪਣੇ ਮਾਮਾ ਜੀ ਦੀ ਮੈਨੂੰ ਚਿੱਠੀ ਪੜ੍ਹਾਈ। ਉਹਨਾਂ ਦਾ ਕੋਈ ਵਾਕਫ ਮੁੰਡਾ ਮਿਸ ਗਿੱਲ ਨੂੰ ਦੇਖਣ ਆ ਰਿਹਾ ਸੀ। ਗੈਸਟ ਹਾਊਸ ਵਿੱਚ ਉਹਨੇ ਠਹਿਰਨਾ ਸੀ ਤੇ ਅਸੀਂ ਆਪ ਜਾ ਕੇ ਉਹਨੂੰ ਘਰ ਲਿਆ ਕੇ ਚਾਹ ਪਿਆਉਣੀ ਸੀ। ਅਸੀਂ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ, ਖੂਬ ਸਜਾਇਆ, ਨਵੇਂ ਪਰਦੇ ਲਿਆਂਦੇ, ਫੁੱਲਦਾਨ ਲਿਆਂਦੇ, ਕਾਲਜ ਦੇ ਮਾਲੀ ਤੋਂ ਫੁੱਲ ਮੰਗਵਾਏ। ਚਾਹ ਨਾਲ ਨੂੰ ਕਈ ਚੀਜ਼ਾਂ ਲਿਆਂਦੀਆਂ। ਭਾਵੇਂ ਮੈਨੂੰ ਔਖਾ ਲੱਗਦਾ ਸੀ, ਫਿਰ ਵੀ ਆਪਣੀ ਸਹੇਲੀ ਮਿਸ ਗਿੱਲ ਦੀ ਖਾਤਰ ਮੈਂ ਉਹਦੇ ਨਾਲ ਗੈਸਟ ਹਾਊਸ ਗਈ। ਉਸ ਭਾਈ ਨੂੰ ਘਰ ਲਿਆਂਦਾ, ਚਾਹ ਪਿਆਈ। ਫਿਰ ਇਹ ਸੋਚ ਕੇ ਕਿ ਇਹ ਆਰਾਮ ਨਾਲ ਗੱਲ ਕਰ ਸਕਣ, ਮੈਂ ਗੁਸਲਖਾਨੇ ਵਿੱਚ ਨਹਾਉਣ ਲੱਗ ਪਈ। ਨਹਾ ਕੇ ਬਾਲ ਸੁਕਾਉਣ ਲਈ ਮੈਂ ਬਾਹਰ ਪਰੇ ਵਿਹੜੇ ਵਿੱਚ ਜਾ ਬੈਠੀ, ਕੋਈ ਕਿਤਾਬ ਪੜ੍ਹਨ ਲੱਗੀ। ਜਾਣ ਵੇਲੇ ਉਹ ਮੇਰੇ ਵੱਲ ਆਇਆ। ਹੁਣ ਮੈਂ ਚੱਲਦਾ, ਬੜੀ ਖੁਸ਼ੀ ਹੋਈ ਮਿਲ ਕੇ। ਉਹਨੇ ਆਖਿਆ ਹੋਰ ਬੈਠੋ, ਅਜੇ ਤਾਂ ਹਨੇਰਾ ਨਹੀਂ ਹੋਇਆ, ਖਾਣਾ ਖਾ ਕੇ ਜਾਇਓ। ਉੱਥੇ ਗੈਸਟ ਹਾਊਸ ਵਿੱਚ ਇਕੱਲੇ ਬੋਰ ਹੀ ਹੋਵੋਗੇ। ਨਾਲੇ ਮਿਸ ਗਿੱਲ ਨਾਲ ਤਾਂ ਭਾਵੇਂ ਤੁਸੀਂ ਕਿਸੇ ਟੌਪਿਕ 'ਤੇ ਗੱਲ ਛੇੜ ਲਓ, ਐਨੀ ਨੌਲੇਜ ਹੈ, ਮੈਂ ਤਾਂ ਹੈਰਾਨ ਹੀ ਹੋ ਜਾਂਦੀ ਹਾਂ। ਉਂਝ ਵੀ ਬਹੁਤ ਘੱਟ ਲੜਕੀਆਂ ਨੂੰ ਇੰਨੀ ਅਕਲ ਹੁੰਦੀ ਹੈ ਹਰ ਇੱਕ ਗੱਲ ਬਾਰੇ। ਮੈਂ ਆਨੀ ਬਹਾਨੇ ਮਿਸ ਗਿੱਲ ਦੀ ਪ੍ਰਸ਼ੰਸਾ ਕਰ ਰਹੀ ਸੀ, ਇਹ ਸਭ ਕੁਝ ਆਖ ਕੇ। ਕੱਲ੍ਹ ਆਵਾਂਗਾ, ਉਸਨੇ ਆਖਿਆ ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਚਲਿਆ ਗਿਆ। ਬੰਦਾ ਚੰਗਾ ਲੱਗਦਾ ਹੈ। ਉਸਦੇ ਜਾਣ ਮਗਰੋਂ ਮੈਂ ਮਿਸ ਗਿੱਲ ਨੂੰ ਆਖਿਆ ਨੌਕਰੀ ਵੀ ਬੜੀ ਵੱਡੀ ਤੇ ਹੈ। ਉਹਨੇ ਦੱਸਿਆ ਉਹਨੇ ਤੇ ਮਾਮਾ ਜੀ ਨੂੰ ਜਾ ਕੇ ਆਖਣਾ ਮੇਰਾ ਛੇਤੀ ਵਿਆਹ ਕਰ ਦਿਓ ਮਿਸ ਗਿੱਲ ਨਾਲ। ਫਿਰ ਮੈਂ ਇੱਥੇ ਇਕੱਲੀ ਕੀ ਕਰਾਂਗੀ? ਮੈਂ ਕੁਝ ਖੁਸ਼ੀ ਤੇ ਕੁਝ ਸੰਸੇ ਨਾਲ ਆਖਿਆ ਬੰਦਾ ਇੰਟੈਲੀਜੈਂਟ ਹੈ, ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੇਖ ਦੇਖ ਛੱਡੀਆਂ ਹੋਣਗੀਆਂ। ਨਾਲੇ ਕੀ ਪਤਾ ਹੈ ਕਿਹੋ ਜਿਹੀ ਕੁੜੀ ਚਾਹੁੰਦਾ ਹੈ, ਮਿਸ ਗਿੱਲ ਆਖ ਰਹੀ ਸੀ। ਪੜ੍ਹੀ ਲਿਖੀ, ਸਾਊ, ਸੋਹਣੀ ਪ੍ਰੋਫੈਸਰ ਨੇ ਮਿਸ ਗਿੱਲ ਜਿਹਨੂੰ ਮਿਲੇ, ਹੋਰ ਅਗਲੇ ਨੂੰ ਕੀ ਚਾਹੀਦਾ? ਮੈਂ ਹੱਸ ਕੇ ਆਖਿਆ ਚਲੋ ਦੇਖੋ। ਉਹ ਬੋਲੀ ਜੇ ਉਸਨੂੰ ਸਭ ਕੁਝ ਪਸੰਦ ਨਾ ਹੁੰਦਾ ਤਾਂ ਉਸਨੇ ਇਹ ਨਹੀਂ ਸੀ ਆਖਣਾ ਕੱਲ੍ਹ ਨੂੰ ਆਵਾਂਗਾ, ਉਹ ਅੱਜ ਹੀ ਇੱਥੋਂ ਚਲਿਆ ਜਾਂਦਾ। ਮੈਂ ਦਲੀਲ ਦਿੱਤੀ ਜਿਹੜੀ ਮਿਸ ਗਿੱਲ ਨੂੰ ਜੱਚ ਗਈ। ਅਗਲੇ ਦਿਨ ਮਿਸ ਗਿੱਲ ਸਵੇਰੇ ਕਾਲਜ ਨੂੰ ਚਲੀ ਗਈ। ਮੈਂ ਪਿਛਲੇ ਪੀਰੀਅਡ ਹੋਣ ਕਰਕੇ ਦੇਰ ਨਾਲ ਜਾਂਦੀ ਸੀ। 11 ਕੁ ਵਜੇ ਉਹ ਭਾਈ ਆ ਪਹੁੰਚਿਆ। ਮਿਸ ਗਿੱਲ ਤਾਂ ਕਾਲਜ ਗਏ ਹੋਏ ਨੇ, ਮੈਂ ਦੱਸਿਆ। ਮੈਂ ਤੁਹਾਨੂੰ ਮਿਲਣ ਆਇਆ, ਉਸਨੇ ਆਪੇ ਕੁਰਸੀ ਤੇ ਬੈਠਦੇ ਨੇ ਆਖਿਆ। ਦੱਸੋ? ਮੈਂ ਕੁਝ ਘਬਰਾਹਟ ਜਿਹੀ ਵਿੱਚ ਆਖਿਆ। ਤੁਸੀਂ ਇਹ ਜਿਹੜੀ ਅੰਗੂਠੀ ਪਾਈ ਹੋਈ ਹੈ, ਇਹ ਮੇਰੇ ਪਾਪਾ ਜੀ ਨੇ ਬਣਵਾ ਕੇ ਦਿੱਤੀ ਸੀ। ਉਦੋਂ ਮੇਰੇ ਖੁੱਲੀ ਸੀ, ਹੁਣ ਮੀਚ ਆ ਜਾਣ ਕਰਕੇ ਮੈਂ ਪਾ ਲਈ ਹੈ। ਬੇਮਤਲਬ ਹੀ ਮੈਂ ਦੱਸਿਆ। ਚਾਹ ਪੀਓਗੇ? ਮੈਂ ਘਬਰਾਹਟ ਜਿਹੀ 'ਚ ਪੁੱਛਿਆ। ਨਹੀਂ, ਇੱਕ ਮਿੰਟ ਬੈਠ ਕੇ ਮੇਰੀ ਗੱਲ ਸੁਣੋ, ਉਸਨੇ ਮੈਨੂੰ ਘਬਰਾਹਟ ਜਿਹੀ 'ਚ ਖੜੀ ਹੋ ਗਈ ਨੂੰ ਆਖਿਆ। ਮੈਂ ਬੈਠ ਗਈ। ਇਹ ਮੇਰਾ ਪਤਾ ਹੈ। ਉਸਨੇ ਵਿਜ਼ਿਟਿੰਗ ਕਾਰਡ ਕੱਢ ਕੇ ਮੈਨੂੰ ਫੜਾ ਦਿੱਤਾ, ਸ਼ਾਇਦ ਇਸ ਲਈ ਕਿ ਉਸਦਾ ਡੈਜ਼ਿਗਨੇਸ਼ਨ ਦੇਖ ਕੇ ਮੈਂ ਬੜੀ ਪ੍ਰਭਾਵਿਤ ਹੋਵਾਂਗੀ।
ਦੇਖੋ ਤੁਸੀਂ ਕੌਣ ਹੋ, ਕਿਸ ਦੀ ਲੜਕੀ ਹੋ, ਮੈਂ ਜਾਣਨ ਵਿੱਚ ਇੰਟਰਸਟਡ ਨਹੀਂ। ਬਸ ਮੈਂ ਇੰਨਾ ਆਖਣਾ ਚਾਹੁੰਦਾ ਹਾਂ ਕਿ ਮਿਸ ਗਿੱਲ ਨਾਲ ਨਹੀਂ, ਤੁਹਾਡੇ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ। ਜੇ ਤੁਹਾਨੂੰ ਮਨਜ਼ੂਰ ਹੈ ਤਾਂ ਇਸ ਪਤੇ ਉੱਤੇ ਖਤ ਪਾ ਦੇਣਾ। ਅੱਛਾ ਮੈਂ ਚੱਲਦਾ, ਮੈਂ ਬੱਸ ਫੜਨੀ ਹੈ ਜਾ ਕੇ। ਆਖੋ ਚਲਿਆ ਗਿਆ। ਇਹ ਗੱਲ ਮੈਂ ਮਿਸ ਗਿੱਲ ਨੂੰ ਨਹੀਂ ਸੀ ਦੱਸੀ। ਸਿਰਫ ਇੰਨਾ ਹੀ ਦੱਸਿਆ ਕਿ ਉਹ ਭਾਈ ਆਇਆ ਸੀ ਇਹ ਦੱਸਣ ਲਈ ਕਿ ਮੈਂ ਜਾ ਰਿਹਾ। ਉੱਲੂ ਦੇ ਪੱਠੇ ਨੂੰ ਪਤਾ ਤਾਂ ਸੀ ਇਸ ਟਾਈਮ ਤੇ ਮੈਂ ਕਾਲਜ ਹੋਵਾਂਗੀ। ਉਹ ਬੋਲੀ। ਕਿੰਨੇ ਦਿਨ ਉਸਦੇ ਜਾਣ ਮਗਰੋਂ ਮਿਸ ਗਿੱਲ ਮਾਮਾ ਜੀ ਦਾ ਖਤ ਉਡੀਕਦੀ ਰਹੀ ਤੇ ਕਿੰਨੇ ਹੀ ਦਿਨ ਮੈਂ ਬਹੁਤ ਉਦਾਸ ਰਹੀ। ਬਹੁਤ ਉਦਾਸ ਹੋਣ ਤੇ ਮੈਂ ਕਦੇ-ਕਦੇ ਕੱਲੀ ਘਰੋਂ ਸੈਰ ਕਰਨ ਜੰਗਲ ਵਿੱਚ ਚਲੀ ਜਾਂਦੀ। ਸਾਹਮਣੇ ਬਰਫ਼ ਲੱਦੇ ਹਿਮਾਲਿਆ ਪਰਬਤ ਦੀਆਂ ਚੋਟੀਆਂ, ਆਲੇ ਦੁਆਲੇ ਨਿਰਜਨ ਜੰਗਲ, ਝਾੜੀਆਂ, ਝੀਲਾਂ ਦੇ ਦਰਖਤ, ਆੜੂ ਤੇ ਨਾਸ਼ਪਤੀਆਂ ਦੇ ਦਰਖਤ, ਜੰਗਲੀ ਫੁੱਲ, ਥਾਂ ਪਰ ਥਾਂ ਵਗਦੀਆਂ ਕੂਲਾਂ ਤੇ ਹੇਠਾਂ ਵਗਦੀ ਨਦੀ। ਲੱਗਦਾ ਮੈਂ ਕਿਸੇ ਹੋਰ ਯੁੱਗ ਵਿੱਚ ਪਹੁੰਚ ਗਈ ਹਾਂ। ਬਚਪਨ ਵਿੱਚ ਸੁਣਿਆ ਸੀ ਪਹਾੜਾਂ ਤੇ ਜੰਗਲਾਂ 'ਚ ਰਿਸ਼ੀ ਮੁਨੀ ਤਪ ਕਰਨ ਚਲੇ ਜਾਂਦੇ ਸੀ। ਉੱਥੇ ਉਹਨਾਂ ਦੇ ਤਪੋਵਨ ਹੁੰਦੇ ਨੇ ਤੇ ਮੈਨੂੰ ਲੱਗਦਾ ਮੈਂ ਰਿਸ਼ੀ ਮੁਨੀਆਂ ਦੇ ਦੇਸ਼ 'ਚ ਫਿਰ ਰਹੀ ਹਾਂ ਤੇ ਹੁਣੇ ਕਿਸੇ ਰਿਸ਼ੀ ਮੁਨੀ ਨੇ ਦਿਸ ਪੈਣ ਦੀ ਆਸ ਮੈਨੂੰ ਲੱਗੀ ਰਹਿੰਦੀ। ਕੁਦਰਤ ਦੀ ਅਨੰਤਤਾ ਵਿੱਚ ਆਪਣਾ ਤੁੱਛ ਆਪਾ ਮੈਨੂੰ ਭੁੱਲ ਜਾਂਦਾ। ਜੰਗਲੀ ਫੁੱਲ ਚੁੰਦੀ, ਤਰ੍ਹਾਂ ਤਰ੍ਹਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੀ, ਕਿਸੇ ਕੂਲ ਦੇ ਨਾਲ ਨਾਲ ਤੁਰਦੀ। ਕਦੇ-ਕਦੇ ਮੈਂ ਬਹੁਤ ਦੂਰ ਨਿਕਲ ਜਾਂਦੀ। ਬਹੁਤ ਸੁੱਖ ਸੀ, ਸ਼ਾਂਤੀ ਸੀ ਤੇ ਸਕੂਨ ਸੀ ਇਸ ਥਾਂ। ਇਸ ਵੇਲੇ ਕਈਆਂ ਮੋਹ ਭਿੱਜੀਆਂ ਨਜ਼ਰਾਂ ਮੇਰੇ ਵੱਲ ਉਲਰਦੀਆਂ, ਪਰ ਮੈਂ ਨੀਵੀਂ ਪਾ ਕੇ ਕੋਲ ਦੀ ਲੰਘ ਜਾਂਦੀ ਤੇ ਬੇਚੈਨ ਹੋ ਕੇ ਸੋਚਦੀ, ਮੈਂ ਕਿਵੇਂ ਇਹਨਾਂ ਨੂੰ ਦੱਸਾਂ ਕਿ ਮੈਂ ਨਹੀਂ ਹਾਂ। ਬੇਸੰਕੋਚ ਸਿਰਫ ਮੈਂ ਵਾਈਸ ਪ੍ਰਿੰਸੀਪਲ ਨਾਲ ਗੱਲਾਂ ਕਰ ਸਕਦੀ। ਪਤਾ ਸੀ ਬਹੁਤ ਇੰਟੈਲੀਜੈਂਟ ਬੰਦਾ ਹੈ, ਬਹੁਤ ਸੋਹਣੀ ਜਰਮਨ ਵਹੁਟੀ ਹੈ, ਲਾਲਾ ਵਰਗੇ 2 ਪੁੱਤਰ ਨੇ ਤੇ ਪੜ੍ਹਨ ਲਿਖਣ ਵਾਲਾ ਬੰਦਾ ਹੈ। ਇਹਨੂੰ ਕਿਸੇ ਕਿਸਮ ਦੀ ਭੁੱਖ ਨਹੀਂ। ਉਹਨੇ ਬੜੇ ਚਿਰ ਮਗਰੋਂ ਦੱਸਿਆ ਕਿ ਮੈਂ ਲਾਇਬ੍ਰੇਰੀ ਦਾ ਰਜਿਸਟਰ ਦੇਖ ਕੇ ਜਾਣ ਲਿਆ ਸੀ। ਤੁਸੀਂ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਦੇ ਹੋ? 6 ਕੁ ਮਹੀਨੇ ਲੰਘ ਗਏ। 1-2 ਵਾਰੀ ਮੈਂ ਪਟਿਆਲੇ ਹੋ ਗਈ। ਜਦੋਂ ਮੈਂ ਪਟਿਆਲੇ ਆਉਂਦੀ, ਵਾਈਸ ਪ੍ਰਿੰਸੀਪਲ ਕੁਝ ਚੀਜ਼ਾਂ ਲਿਆਉਣ ਲਈ ਆਖਦਾ ਤੇ ਜਿਸ ਦਿਨ ਮੈਂ ਵਾਪਸ ਪਹੁੰਚਦੀ ਉਹ ਬੱਸ ਅੱਡੇ ਤੇ ਉਡੀਕਦਾ ਤੇ ਦੱਸਦਾ, ਇਹਨਾਂ ਚੀਜ਼ਾਂ ਦਾ ਮੈਨੂੰ ਬੜਾ ਇੰਤਜ਼ਾਰ ਸੀ। ਚੀਜ਼ਾਂ ਭਾਵੇਂ ਮਾਮੂਲੀ ਹੁੰਦੀਆਂ, ਕਦੇ ਕਿਤਾਬਾਂ, ਕਦੇ ਖੂਬਸੂਰਤ ਧੂਫ, ਕਦੇ ਮਿੱਠੀਆਂ ਸੁਪਾਰੀਆਂ ਤੇ ਕਦੇ ਵਹੁਟੀ ਲਈ ਸੈਂਟ। ਉੱਥੇ ਪਟਿਆਲੇ ਦਾ ਵੀ ਇੱਕ ਪ੍ਰੋਫੈਸਰ ਸੀ। ਉਸਨੇ ਇੱਕ ਦਿਨ ਮੈਨੂੰ ਆਖਿਆ, ਕੋਈ ਕੰਮ ਹੋਵੇ ਮੈਨੂੰ ਦੱਸਿਆ ਕਰੋ। ਉਹ ਸਾਲੇ ਮਦਰਾਸੀ ਨਾਲ ਕਾਹਦੇ ਲਈ ਗੱਲ ਕਰਦੇ ਹੁੰਦੇ ਹੋ? ਤੇ ਉਹ ਹਟਦੇ ਕੱਟਦੇ ਕੰਮ ਪੁੱਛਣ ਘਰ ਆ ਜਾਂਦਾ। ਭਾਵੇਂ ਉਸਦੇ ਕਰਨ ਜੋਗਾ ਸਾਡੇ ਕੋਲ ਕੋਈ ਕੰਮ ਨਹੀਂ ਸੀ ਹੁੰਦਾ। ਮਿਸ ਗਿੱਲ ਛੇੜਦੀ, ਇਹਨੂੰ ਆਖ ਸਾਡੀ ਸਬਜ਼ੀ ਲਿਆ ਦਿਆ ਕਰੇ। ਉਸੇ ਨੇ ਦੱਸਿਆ, 2 ਮਹੀਨੇ ਹੋ ਗਏ ਵਾਈਸ ਪ੍ਰਿੰਸੀਪਲ ਦੀ ਵਹੁਟੀ ਆਪਣੇ ਦੇਸ਼ ਚਲੀ ਗਈ। ਹੁਣ ਸ਼ਾਇਦ ਹੀ ਆਵੇ। ਇਹ 'ਚ ਹੈ ਵੀ ਕੀ? ਅਸੀਂ ਤਾਂ ਹੈਰਾਨ ਸੀ ਇਸ ਨਾਲ ਆ ਕਿਵੇਂ ਗਈ। ਮੈਨੂੰ ਲੱਗਿਆ ਈਰਖਾ ਵਸ ਇਹ ਲੋਕ ਮਨ ਆਈਆਂ ਗੱਲਾਂ ਕਰੀ ਜਾਂਦੇ ਨੇ। ਕੁਝ ਦਿਨ ਮਗਰੋਂ ਸਰਸਰੀ ਮੈਂ ਵਾਈਸ ਪ੍ਰਿੰਸੀਪਲ ਨੂੰ ਪੁੱਛਿਆ, ਤੁਹਾਡੀ ਵਹੁਟੀ ਕਦੋਂ ਆ ਰਹੀ ਹੈ? ਬੱਚਿਆਂ ਦਾ ਕੀ ਹਾਲ ਹੈ? ਠੀਕ ਹੈ ਆਖਦਾ ਉਹ ਸਟਾਫ ਰੂਮ ਵਿੱਚੋਂ ਬਾਹਰ ਚਲਿਆ ਗਿਆ। ਅਗਲੇ ਦਿਨ ਫਿਰ ਜਦੋਂ ਮੈਂ ਧੁੱਪੇ ਕਾਲਜ ਦੇ ਲੌਨ ਵਿੱਚ ਬੈਠੀ ਕੁਝ ਪੜ੍ਹ ਰਹੀ ਸੀ, ਉਹ ਮੇਰੇ ਕੋਲ ਆ ਕੇ ਬੈਠ ਗਿਆ। ਕਈ ਲੜਕੀਆਂ ਨੇ ਇੰਨੀ ਠੰਡ ਵਿੱਚ ਵੀ ਇੱਕ ਕਮੀਜ਼ ਹੀ ਪਾਇਆ ਹੁੰਦਾ ਹੈ। 1-2 ਨੂੰ ਮੈਂ ਝਿੜਕਿਆ ਕਿ ਠੰਡ ਲੱਗ ਜਾਏਗੀ ਤਾਂ ਉਹਨਾਂ ਦੱਸਿਆ, ਮੈਡਮ ਸਵਾਟਰ ਹੈ ਨਹੀਂ। ਚੰਦਾ ਇਕੱਠਾ ਕਰਕੇ ਕੁਝ ਕਰੀਏ? ਮੈਂ ਪੁੱਛਿਆ। ਕਰ ਲਓ, ਉਹ ਮੇਰੇ ਵੱਲ ਧਿਆਨ ਨਾਲ ਦੇਖਦਾ ਬੋਲਿਆ। ਪ੍ਰਿੰਸੀਪਲ ਤੋਂ ਪੁੱਛ ਕੇ ਹਰ ਪ੍ਰੋਫੈਸਰ ਕੋਲੋਂ ਮੈਂ ਆਪ ਚੰਦਾ ਮੰਗਣ ਗਈ। 10-10 ਰੁਪਏ ਮੈਂ ਮੰਗੇ, ਸਭ ਨੇ ਦੇ ਦਿੱਤੇ ਤੇ ਵਾਈਸ ਪ੍ਰਿੰਸੀਪਲ ਨੇ 50 ਦਿੱਤੇ। ਮੈਂ ਬਹੁਤ ਖੁਸ਼ ਹੋ ਗਈ। ਬਾਜ਼ਾਰ ਵਿੱਚ ਜਾ ਕੇ ਇੱਕ ਦੁਕਾਨਦਾਰ ਤੋਂ ਜਿਸ ਭਾਅ ਉਸਨੂੰ ਆਈ ਸੀ ਉਸੇ ਭਾਅ ਇਕੱਠੀ ਉੱਨ ਖਰੀਦ ਲਈ। ਸਾਰੇ ਕਾਲਜ ਦੀਆਂ ਕੁੜੀਆਂ ਦੀ ਇੱਕ ਗਰਲਸ ਮੀਟਿੰਗ ਕੀਤੀ ਤੇ ਆਖਿਆ, ਸਵਾਟਰ ਬੁਣਨ ਦਾ ਕੰਪੀਟੀਸ਼ਨ ਹੈ। ਜਿਹੜੀ ਲੜਕੀ ਸਭ ਤੋਂ ਪਹਿਲਾਂ ਤੇ ਸਭ ਤੋਂ ਚੰਗਾ ਸਵਾਟਰ ਬੁਣ ਕੇ ਲਿਆਵੇਗੀ ਉਸ ਨੂੰ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਤਸਵੀਰ ਕਾਲਜ ਮੈਗਜ਼ੀਨ ਵਿੱਚ ਛਪੇਗੀ। ਸਵਾਟਰ ਦਾ ਸਾਈਜ਼ ਤੇ ਨਾਪ ਦੱਸ ਦਿੱਤਾ। ਚਾਈਂ ਕੁੜੀਆਂ ਉੱਨ ਘਰਾਂ ਨੂੰ ਲੈ ਗਈਆਂ। ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸੀਪਲ ਦੇ ਕਮਰੇ ਵਿੱਚ ਰੰਗ ਬਰੰਗੇ ਸਵਾਟਰਾਂ ਦਾ ਢੇਰ ਲੱਗ ਗਿਆ।
ਫਿਰ ਇੱਕ ਨੋਟਿਸ ਲਗਾਇਆ, ਜਿਸ ਵੀ ਲੜਕੇ ਕੋਲ ਸਵੈਟਰ ਨਹੀਂ ਉਹ ਪ੍ਰਿੰਸੀਪਲ ਦੇ ਕਮਰੇ ਵਿੱਚ ਜਾਵੇ, ਪ੍ਰਿੰਸੀਪਲ ਤੋਂ ਸਵੈਟਰ ਲੈ ਕੇ ਉੱਥੇ ਹੀ ਬਾਥਰੂਮ ਵਿੱਚ ਜਾ ਕੇ ਕਮੀਜ਼ ਦੇ ਹੇਠ ਦੀ ਪਾ ਲਵੇ। ਭਾਵ ਸੀ ਹੋਰਨਾਂ ਸਾਹਮਣੇ ਉਸ ਨੂੰ ਦਾਨ ਦਾ ਸਵੈਟਰ ਪਾਉਣੋਂ ਸ਼ਰਮ ਨਾ ਲੱਗੇ। ਪਰ ਲੜਕੇ ਪ੍ਰਿੰਸੀਪਲ ਦੇ ਕਮਰੇ ਵਿੱਚ ਗਏ, ਸਵੈਟਰ ਕਮੀਜ਼ ਦੇ ਉੱਪਰ ਦੀ ਪਾ ਬਾਹਰ ਆ ਗਏ। ਏਡੇ ਸੋਹਣੇ ਸਵੈਟਰ, ਸ਼ਰਮ ਦੀ ਭਲਾ ਕੀ ਗੱਲ ਸੀ। ਇੱਕ ਬਲਜੀਤ ਲੜਕੀ ਸੀ ਜਿਸ ਦੀ ਇੱਕ ਬਾਂਹ ਕੱਟੀ ਹੋਈ ਸੀ। ਮੈਂ ਉਸ ਨੂੰ ਸਵੈਟਰ ਪਾਉਣ ਲਈ ਨਹੀਂ ਸੀ ਆਖਿਆ, ਪਰ ਉਹ ਆਪਣੇ ਪੱਲਿਓਂ ਉੱਨ ਖਰੀਦ ਕੇ ਸਵੈਟਰ ਬੁਣ ਲਿਆਈ ਸੀ ਤੇ ਪਹਿਲਾ ਇਨਾਮ ਬਲਜੀਤ ਨੂੰ ਦਿੱਤਾ ਗਿਆ। ਉਹਦੀ ਫੋਟੋ ਵੀ ਛਪੀ ਤੇ ਬਾਕੀ 2 ਇਨਾਮ ਪ੍ਰਿੰਸੀਪਲ ਨੇ ਆਪਣੇ ਕੋਲੋਂ ਦੇ ਦਿੱਤੇ ਤੇ 2 ਵਾਈਸ ਪ੍ਰਿੰਸੀਪਲ ਨੇ। ਇਉਂ 5 ਲੜਕੀਆਂ ਨੂੰ ਇਨਾਮ ਮਿਲੇ। ਇਸ ਤੋਂ ਪਿੱਛੋਂ ਮੁੰਡੇ ਕੁੜੀਆਂ ਨੂੰ ਸਾਡਾ ਘਰ ਜਿਵੇਂ ਆਪਣਾ ਘਰ ਲੱਗਣ ਲੱਗ ਪਿਆ ਸੀ ਤੇ ਮੈਨੂੰ ਵੀ ਭੁੱਲ ਗਿਆ ਸੀ ਕਿ ਦੂਰ ਕਿਧਰੇ ਕਿਸੇ ਸ਼ਹਿਰ ਵਿੱਚ ਮੇਰਾ ਘਰ ਹੈ। ਉੱਥੇ ਮੇਰੇ ਬੀਜੀ ਨੇ, ਬੀਬੀ ਹੈ, ਉੱਥੇ ਫੁੱਫੜ ਜੀ ਸਨ, ਬਾਪੂ ਜੀ ਸਨ ਤੇ ਮੈਂ ਵੀ ਸੀ। ਹੁਣ ਤਾਂ ਲੱਗਦਾ ਸੀ ਹਮੇਸ਼ਾ ਤੋਂ ਮੈਂ ਇੱਥੇ ਹੀ ਸੀ, ਗਰੀਬ ਪਹਾੜੀਆਂ ਦੇ ਨਿੱਕੇ ਜਿਹੇ ਸ਼ਹਿਰ ਵਿੱਚ, ਹਿਮਾਲਿਆ ਪਰਬਤ ਦੇ ਪੈਰਾਂ ਵਿੱਚ। ਆਪਣੇ ਘਰ ਤੋਂ ਹੀ ਨਹੀਂ, ਆਪਣੇ ਆਪ ਤੋਂ ਵੀ ਮੈਂ ਬਹੁਤ ਦੂਰ ਲੰਘ ਆਈ ਸੀ। ਹੁਣ ਮੈਂ ਉੱਚੀ ਉੱਚੀ ਹੱਸ ਸਕਦੀ ਸੀ, ਲੋਕਾਂ ਨੂੰ ਮਜ਼ਾਕ ਕਰ ਸਕਦੀ ਸੀ, ਵਾਲਾਂ ਵਿੱਚ ਫੁੱਲ ਲਾ ਲੈਂਦੀ ਸੀ, ਸੋਹਣੇ ਸੋਹਣੇ ਕੱਪੜੇ ਪਾਉਂਦੀ ਸੀ। ਸਾਲ ਅਜੇ ਮੁੱਕਿਆ ਨਹੀਂ ਸੀ, ਬੱਦਲਵਾਈ ਦਾ ਦਿਨ ਸੀ। ਮੈਂ ਆਥਣੇ ਗੇਮਸ ਲਈ ਕਾਲਜ ਗਈ। ਗਰਾਊਂਡ ਦੇ ਪਰਲੇ ਪਾਸੇ ਲਾਨ ਵਿੱਚ ਵਾਈਸ ਪ੍ਰਿੰਸੀਪਲ ਬੈਠਾ ਸੀ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਉਸਨੇ ਉੱਠ ਕੇ ਮੇਰੀ ਵੱਲ ਆਉਂਦੇ ਨੇ ਕਿਹਾ। ਮੈਂ ਉੱਥੇ ਹੀ ਜਾ ਕੇ ਲਾਨ ਵਿੱਚ ਉਹਦੇ ਕੋਲ ਦੂਸਰੀ ਕੁਰਸੀ ਤੇ ਬੈਠ ਗਈ। ਮੈਂ ਤੁਹਾਨੂੰ ਦੱਸਿਆ ਨਹੀਂ ਸੀ, ਮੇਰੀ ਵਾਈਫ ਨੇ ਲਿਖ ਭੇਜਿਆ ਕਿ ਉਹ ਹੁਣ ਵਾਪਸ ਨਹੀਂ ਆਵੇਗੀ। ਇੱਥੇ ਰਹਿੰਦੀ ਨੇ ਉਸਨੇ ਕਦੇ ਨਹੀਂ ਸੀ ਦੱਸਿਆ ਕਿ ਉਹ ਕਿਸੇ ਗੱਲੋਂ ਔਖੀ ਹੈ ਤੇ ਜਾਣ ਵੇਲੇ ਵੀ ਉਹ ਆਪਣੇ ਬਾਪ ਦੇ 70ਵੇਂ ਜਨਮ ਦਿਨ ਦਾ ਬਹਾਨਾ ਕਰਕੇ ਗਈ ਹੈ। ਉਸਦੇ ਬਾਪ ਨੇ ਰਿਟਰਨ ਟਿਕਟ ਭੇਜੇ ਸੀ। ਬੜਾ ਅਮੀਰ ਆਦਮੀ ਹੈ ਉਸਦਾ ਬਾਪ, ਕਿਸੇ ਵੇਲੇ ਗਵਰਨਰ ਸੀ ਉੱਥੇ। ਪਰ ਉਸਦੇ ਜਾਣ ਤੋਂ ਮਗਰੋਂ ਮੈਂ ਦੇਖਿਆ ਧੋਬੀ ਵਾਲੀ ਕਾਪੀ ਵਿੱਚ ਵੀ ਉਸਨੇ ਜਰਮਨ ਭਾਸ਼ਾ ਵਿੱਚ ਕਵਿਤਾਵਾਂ ਲਿਖੀਆਂ ਹੋਈਆਂ ਸਨ, ਬਹੁਤ ਉਦਾਸ ਕਵਿਤਾਵਾਂ। ਹੁਣ ਮੈਂ ਜੇ ਝਗੜਾ ਵੀ ਕਰਾਂ ਤਾਂ ਸਿਰਫ ਆਪਣੇ ਬੱਚੇ ਵਾਪਸ ਲੈ ਸਕਦਾ, ਪਰ ਬੱਚਿਆਂ ਬਾਰੇ ਮੈਂ ਸੋਚਦਾ ਉਹ ਬਿਹਤਰ ਖਿਆਲ ਰੱਖ ਸਕਦੀ ਹੈ। ਪਰ ਭਾਵੇਂ ਕਿਤੇ ਵੀ ਰਹਿਣ, ਉਹ ਬੱਚੇ ਤਾਂ ਮੇਰੇ ਹੀ ਰਹਿਣਗੇ। ਮੀਂਹ ਦੀਆਂ ਬੂੰਦਾਂ ਕਦੋਂ ਬੱਦਲਾਂ ਨੂੰ ਆਖ ਸਕਦੀਆਂ ਹੁੰਦੀਆਂ ਨੇ ਕਿ ਅਸੀਂ ਤੁਹਾਨੂੰ ਨਹੀਂ ਜਾਣਦੀਆਂ। ਉਸਨੇ ਕਵਿਤਾ ਦੀਆਂ ਇਹ ਲਾਈਨਾਂ ਸੁਣਾ ਕੇ ਗੱਲ ਮੁਕਾਈ। ਮੈਂ ਹੈਰਾਨ ਉਸ ਵੱਲ ਝਾਕ ਰਹੀ ਸੀ ਕਿ ਇਸ ਸਾਰੀ ਗੱਲ ਦਾ ਮੇਰੇ ਨਾਲ ਕੀ ਤਾਲੁਕ। ਆਪਣੇ ਆਪ ਉਸਨੇ ਗੱਲ ਅੱਗੇ ਤੋਰੀ ਤੇ ਆਖਣ ਲੱਗਿਆ, ਬਾਹਰਲੇ ਮੁਲਕਾਂ ਦੀਆਂ ਇਹਨਾਂ ਔਰਤਾਂ ਦਾ ਕੋਈ ਇਤਬਾਰ ਨਹੀਂ ਹੁੰਦਾ। ਮੈਂ ਚਾਹੁੰਦਾ ਹੁਣ ਮੈਂ ਸ਼ਾਦੀ ਕਿਸੇ ਪੰਜਾਬੀ ਲੜਕੀ ਨਾਲ ਕਰਾਂ। ਪੰਜਾਬੀ ਲੜਕੀਆਂ ਮੈਂ ਦੇਖਿਆ ਇੰਟੈਲੀਜੈਂਟ ਵੀ ਹੁੰਦੀਆਂ ਨੇ ਤੇ ਚੰਗੀਆਂ ਵੀ। ਮੈਂ ਫਿਰ ਕੋਈ ਉੱਤਰ ਨਾ ਦਿੱਤਾ। ਅਸਲ 'ਚ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ ਚਾਹੁੰਦਾ। ਇੱਕਦਮ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਘਬਰਾ ਜਿਹੀ ਗਈ। ਤੁਸੀਂ ਇਹ ਆਖਣ ਦਾ ਹੌਸਲਾ ਕਿਵੇਂ ਕਰ ਲਿਆ? ਮੈਂ ਜ਼ਰਾ ਤਲਖ ਹੋ ਕੇ ਆਖਿਆ। ਮੈਂ ਸੋਚਿਆ ਨਾਰਾਜ਼ ਹੋ ਕੇ ਵੱਧ ਤੋਂ ਵੱਧ ਮੇਰੇ ਇੱਕ ਥੱਪੜ ਹੀ ਮਾਰ ਦਿਓਗੇ, ਪਰ ਮੈਂ ਸੱਚ ਆਖਦਾ, ਮੈਂ ਤੁਹਾਡੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਤੇ ਮੈਂ ਅੱਧ ਵਿਚਕਾਰੋਂ ਹੀ ਉੱਠ ਖੜੀ ਹੋਈ, ਆ ਕੇ ਬੈਡਮਿੰਟਨ ਖੇਡਦੀਆਂ ਕੁੜੀਆਂ ਕੋਲ ਖੜੀ ਹੋ ਗਈ। ਗੇਮ ਖਤਮ ਹੋਣ ਤੇ ਉਹਨਾਂ ਦੇ ਨਾਲ ਹੀ ਘਰ ਨੂੰ ਆਈ। ਮੁੜ ਕੇ ਲਾਉਣ ਵੱਲ ਮੈਂ ਝਾਕੀ ਹੀ ਨਹੀਂ ਕਿ ਵਾਈਸ ਪ੍ਰਿੰਸੀਪਲ ਉੱਥੇ ਹੈ ਜਾਂ ਨਹੀਂ। ਡੂੰਘੇ ਹੱਥ ਨੇ ਪਟਿਆਲੇ ਵਾਲਾ ਉਹੀ ਪ੍ਰੋਫੈਸਰ ਘਰ ਆਇਆ। ਮਿਸ ਗਿੱਲ ਗਵਾਂਢੀਆਂ ਦੇ ਗਈ ਹੋਈ ਸੀ। ਮੈਂ ਪਤਾ ਨਹੀਂ ਕਿਉਂ ਬੜੀ ਖਿਜੀ ਬੈਠੀ ਸੀ। ਕੋਈ ਕੰਮ ਹੈ? ਮੈਂ ਉਸਨੂੰ ਖੜੇ ਨੂੰ ਹੀ ਪੁੱਛਿਆ। ਹਾਂ ਆਖ ਕੇ ਉਹ ਆਪ ਹੀ ਕੁਰਸੀ ਤੇ ਬੈਠ ਗਿਆ। ਦੱਸੋ, ਮੈਂ ਖਿਜੀ ਖਜਾਈ ਨੇ ਕਿਹਾ। ਸ਼ਾਮ ਨੂੰ ਲਾਉਣ ਵਿੱਚ ਉਹ ਮਨਮਾਨੂ ਜਿਹਾ ਜਦੋਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਹੈਜ ਦੇ ਮਗਰ ਅਖਬਾਰ ਪੜ੍ਹ ਰਿਹਾ ਸੀ। ਫਿਰ ਮੈਂ ਇਸ ਗੱਲ ਤੇ ਖਿੱਝ ਕੇ ਕਿਹਾ ਕਿ ਉਹ ਮੇਰੀ ਜਾਸੂਸੀ ਕਰਦਾ ਰਹਿੰਦਾ ਸੀ। ਮੈਂ ਇਹ ਆਖਦਾ ਉਸ ਵਿੱਚ ਹੈ ਹੀ ਕੀ? ਨਾ ਅਕਲ, ਨਾ ਸ਼ਕਲ, ਨਾ ਤੁਹਾਡੀ ਜਾਤ ਦਾ ਮਤਲਬ। ਮੈਂ ਗੱਲ ਟੋਕ ਕੇ ਕਿਹਾ। ਮਤਲਬ ਜੇ ਤੁਸੀਂ ਸ਼ਾਦੀ ਕਰਨੀ ਹੈ ਤਾਂ ਮੈਂ ਕਰਨ ਨੂੰ ਤਿਆਰ ਹਾਂ। ਮੈਂ ਬਾਹਰਲੇ ਮੁਲਕ ਸਕਾਲਰਸ਼ਿਪ ਲਈ ਅਪਲਾਈ ਕੀਤਾ ਹੋਇਆ ਤੇ ਮਿਲ ਵੀ ਜਾਣੀ ਹੈ। ਆਪਾਂ ਰੱਬ ਦੇ ਵਾਸਤੇ ਤੁਸੀਂ ਜਾਓ, ਮੈਨੂੰ ਪਰੇਸ਼ਾਨ ਨਾ ਕਰੋ, ਮੈਂ ਬਹੁਤ ਔਖੀ ਹੋ ਕੇ ਆਖਿਆ। ਉਸੇ ਦਿਨ ਮੈਂ ਘਰ ਰਘਵੀਰ ਭਰਾ ਜੀ ਨੂੰ ਚਿੱਠੀ ਲਿਖੀ। ਭਰਾ ਜੀ, ਮੇਰੀ ਇੱਥੋਂ ਛੇਤੀ ਬਦਲੀ ਕਰਵਾ ਦਿਓ।
ਭਾਵੇਂ ਕਿਤੇ ਵੀ ਕਰਵਾਓ।